ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਸਰੋਤੇ ਜਿੰਨੇ ਸਾਰੇ ਸਾਡੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 23 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਕਟ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਕਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਸ਼ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟਰੰਪ ਉਹਨਾਂ ਨੇ ਨਵੇਂ ਜਿਹੜੇ ਟੈਰਿਫ ਆ ਆਪਣੇ 60 ਦੇ ਕਰੀਬ ਜਿਹੜੇ ਟ੍ਰੇਡ ਪਾਰਟਨਰਸ ਆ ਉਹਨਾਂ ਦੇ ਉੱਤੇ ਸਲੈਬ ਕਰ ਦਿੱਤੇ ਆ, ਜਦੋਂ ਹੁਣ ਗਲੋਬਲ ਡਿਊਟੀਜ਼ ਐਕਸਪਾਇਰ ਹੋਣੀਆਂ ਹੈਗੀਆਂ। ਨਵੇਂ ਟੈਰਿਫ ਜਿਹੜੇ ਆ ਦਰਜਨਾਂ ਦੇ ਕਰੀਬ ਮੁਲਕਾਂ ਦੇ ਉੱਤੇ ਇਸ ਸ਼ੁੱਕਰਵਾਰ ਨੂੰ 12:01 ਤੇ ਸਵੇਰੇ ਸ਼ੁਰੂ ਹੋ ਜਾਣਗੇ। 10% ਤੋਂ ਲੈ ਕੇ 12.5% ਤੱਕ ਜਿਹੜੀ ਡਿਊਟੀ ਆ ਉਹ ਕਹਿੰਦੇ ਪਏ ਟਰੰਪ ਉਹਨਾਂ ਦਾ ਜਿਹੜਾ 10% ਵਾਲਾ ਗਲੋਬਲ ਟੈਰਿਫ ਐਕਸਪਾਇਰ ਹੋਣਾ ਉਹਦੇ ਤੇ ਲੱਗ ਜਾਊਗੀ। ਇਹ ਹੁਣ ਲੇਟੈਸਟ ਖਬਰ ਆਈ ਆ ਤੇ ਟੋਟਲ 60 ਦੇ ਕਰੀਬ ਜਿਹੜੇ ਟ੍ਰੇਡ ਪਾਰਟਨਰਸ ਆ ਜੋ 99.4% US ਦਾ ਟ੍ਰੇਡ ਨੂੰ ਰਿਪਰੈਜ਼ੈਂਟ ਕਰਦੇ ਆ। ਸੋ ਆਲਮੋਸਟ 100% ਹੀ ਆਪਾਂ ਕਹਿ ਸਕਦੇ ਹੈਗੇ ਆ ਜੇ 99.4% ਦੇ ਉੱਤੇ ਜਿਹੜੇ ਟੈਰਿਫ ਆ ਨਵੇਂ ਕੱਲ੍ਹ ਤੋਂ ਜਿਹੜੇ ਲੱਗਣੇ ਸ਼ੁਰੂ ਹੋ ਜਾਣੇ ਹੈਗੇ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪ੍ਰਪੋਜ਼ ਕੀਤਾ ਸੀ ਵੀ ਜਿਹੜੇ ਅਪਕਮਿੰਗ ਟੈਰਿਫਸ ਆ ਉਹ ਜੂਨ ਦੇ ਵਿੱਚ ਸਟਾਰਟ ਹੋਣਗੇ, ਪਰ ਹੁਣ ਜਿਹੜੇ ਆ ਇਹ ਕੱਲ੍ਹ ਤੋਂ ਸਟਾਰਟ ਹੋਣ ਜਾ ਰਹੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪ੍ਰੋਜੈਕਟ ਬੇ ਇਸ ਟਾਈਮ ਕਾਫੀ ਚਰਚਾ ਦੇ ਵਿੱਚ ਆ। ਓਨਟਾਰੀਓ ਦੀ ਪੁਲਿਸ ਦੇ ਦੁਆਰਾ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ, ਡਰੱਗ ਸਮਗਲਿੰਗ ਆ, ਉਸ ਦੇ ਵਿੱਚ ਜਿਹੜਾ ਆ ਉਹ ਲੋਕਾਂ ਨੂੰ ਫੜਿਆ ਗਿਆ ਆ। ਹੁਣ ਤੱਕ ਕਹਿੰਦੇ ਵੀ 21 ਜਾਣੇ ਜਿਹੜੇ ਪ੍ਰੋਜੈਕਟ ਬੇ ਦੇ ਵਿੱਚ ਗ੍ਰਿਫਤਾਰ ਹੋਏ ਆ, ਤਕਰੀਬਨ ਉਹਨਾਂ ਚੋਂ ਸਾਰੇ ਹੀ ਸਾਊਥ ਏਸ਼ੀਅਨ ਸਰਨੇਮ ਵਾਲੇ ਜਿਹੜੇ ਉਹ ਦੱਸੇ ਗਏ ਆ। ਥੋੜੇ ਦਿਨ ਪਹਿਲਾਂ ਹੀ ਅਮਰੀਕਾ ਦੇ ਵਿੱਚ ਆਪਰੇਸ਼ਨ ਹਾਰਡਬਾਲ ਦੇ ਤਹਿਤ ਜਿਹੜੇ ਇੰਡੀਆ ਦੇ ਟਰਾਂਸਨੈਸ਼ਨਲ ਗੈਂਗਸ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਜਿਹੜੇ ਕੰਮ ਕਰ ਰਹੇ ਸੀਗੇ ਉਹ ਫੜੇ ਸੀ। ਤੇ ਅੱਜ ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ OPP ਉਹਨਾਂ ਦੇ ਦੁਆਰਾ CBSA, RCMP, US ਹੋਮਲੈਂਡ ਸਿਕਿਉਰਿਟੀ ਤੇ ਲੋਕਲ ਪੁਲਿਸ ਫੋਰਸਿਸ ਨੇ ਪ੍ਰੋਜੈਕਟ ਬੇ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। 1.7 ਟਨ ਜਿਹੜਾ ਆ ਇਨਲੀਗਲ ਜਿਹੜੀ ਸਬਸਟੈਂਸਿਸ ਆ, ਜਿਨ੍ਹਾਂ ਦੀ ਕੀਮਤ $139 ਮਿਲੀਅਨ ਦੱਸੀ ਜਾਂਦੀ ਆ, ਜਿਨ੍ਹਾਂ 'ਚ 973 ਕਿਲੋ ਕੋਕੇਨ, 660 ਕਿਲੋ ਮੈਥ, 49 ਕਿਲੋ ਅਫੀਮ ਤੇ 17 ਫਾਇਰ ਆਰਮ ਜਿਹੜੇ ਉਹ ਰਿਕਵਰ ਕੀਤੇ ਆ। ਇਸ ਦੇ ਵਿੱਚ ਇੱਕ ਐਂਟੀ ਟੈਂਕ ਰਾਈਫਲ ਵੀ ਸੀਗੀ, ਬਾਡੀ ਆਰਮਰ, ਹੋਰ ਬਹੁਤ ਸਾਰਾ ਅਸਲਾ, $1 ਲੱਖ ਤੋਂ ਵੱਧ ਕੈਸ਼, 43 ਸੈੱਲਫੋਨ ਜਿਹੜੇ ਉਹ ਫੜੇ ਆ। 21 ਜਿਹੜੇ ਇੰਡੀਵਿਜੂਅਲ ਆ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਗਿਆ ਹੈਗਾ। ਕਹਿੰਦੇ ਵੀ ਬ੍ਰੋਕਰ ਸਟਾਈਲ ਮਾਡਲ ਇਹ ਆਪਰੇਸ਼ਨ ਦੇ ਵਿੱਚ ਰਿਲਾਈ ਜਿਹੜਾ ਉਹ ਕੀਤਾ ਗਿਆ, ਜਿਹਦੇ ਨਾਲ ਇਹਨਾਂ ਨੇ ਪਹਿਲਾਂ ਕਨੈਕਸ਼ਨ ਬਣਾਏ, ਜਿਹੜੀਆਂ ਲੈਜਿਟੀਮੇਟ ਕਮਰਸ਼ੀਅਲ ਟਰੱਕਿੰਗ ਤੇ ਸਪਲਾਈ ਚੇਨ ਟਰਾਂਸਪੋਰਟ ਕਰਦੇ ਸੀਗੇ। ਸੋ ਜਿਹੜਾ ਢੰਡਾ ਫੜਿਆ ਸੀਗਾ, ਜਿਹੜਾ ਜਿਸ ਤਰੀਕੇ ਦੇ ਨਾਲ ਉਹ ਕੰਮ ਕਰਦਾ ਸੀਗਾ ਵੀ ਇੱਕ ਥਾਂ ਤੋਂ ਦੂਜੇ ਥਾਂ ਦੇ ਵਿੱਚ, ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਜਿਹੜੇ ਆ ਉਹ ਲੋਕਾਂ ਤੱਕ ਜਿਹੜੀ ਡਰੱਗ ਸਮਗਲਿੰਗ ਉਹਨਾਂ ਦੇ ਜ਼ਰੀਏ ਕਰਦੇ ਸੀ। ਉਸੇ ਤਰੀਕੇ ਦੇ ਨਾਲ ਕਹਿੰਦੇ ਵੀ ਇਹ ਜਿਹੜੀ ਕਮਰਸ਼ੀਅਲ ਟਰੱਕਿੰਗ ਤੇ ਸਪਲਾਈ ਚੇਨਸ ਆ ਉਹਨਾਂ ਦੀ ਵਰਤੋਂ ਕਰਦੇ ਹੋਏ ਇੱਥੇ ਜਿਹੜੀ ਆ ਉਹ ਕ੍ਰਾਸ ਬਾਰਡਰ ਡਰੱਗ ਸਮਗਲਿੰਗ ਚੱਲ ਰਹੀ ਸੀ ਤੇ ਉਹ ਡਰੱਗ ਬਸਟ
ਕੀਤਾ ਹੈਗਾ ਆ। ਸੋ ਕਹਿੰਦੇ ਵੀ ਇਸ ਟਾਈਮ ਜਿਹੜੀ ਉੱਥੇ ਦੀ ਟਰੱਕਿੰਗ ਬਿਜ਼ਨਸ ਤੇ ਟੈਂਪਰੇਰੀ ਵੀਜ਼ਾ ਸਟੂਡੈਂਟ ਵਰਕਰ, ਇਹ ਜਿਹੜੇ ਕਹਿੰਦੇ ਵੀ ਸ਼ਿਪਮੈਂਟ ਨੂੰ ਮੂਵ ਕਰਨ ਦੇ ਲਈ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਕਾਰਟਲ ਹੈਗੇ ਆ ਉਹ ਸੀਗੇ। ਯਾਦ ਹੋਣਾ ਥੋੜੇ ਸਮਾਂ ਪਹਿਲਾਂ ਇੱਕ ਸਾਬਕਾ 올림픽ੀਅਨ ਦੀ ਆਪਾਂ ਗੱਲ ਕੀਤੀ ਸੀ, ਰਾਇਨ ਵੈਡਿੰਗ, ਉਹਨਾਂ ਦੇ ਜਿਹੜੇ ਕਹਿੰਦੇ ਵੀ ਨੈਟਵਰਕ ਦੇ ਨਾਲ ਇਹ ਜੁੜੇ ਜਿਹੜੇ ਉਹ ਹੋਏ ਸੀਗੇ। ਸੋ ਗਗਨਦੀਪ ਠਿੰਦਲ, ਸਿਮਰਨਜੀਤ ਸਿੰਘ, ਕੰਵਰਪਾਲ ਕੁਲਾਰ, ਜਤਿੰਦਰਪਾਲ ਸਿੰਘ, ਜਸਵਿੰਦਰ ਸੋਹੀ, ਤੇਜਵਿੰਦਰ ਸੰਧੂ, ਹਰਵਿੰਦਰ ਸੰਧੂ, ਹਨਿੰਦਰਪਾਲ ਗਰੇਵਾਲ, ਤਮਿੰਦਰ ਸਿੰਘ, ਸਟੀਵਨ ਸਕੋਲੋਸੀ, ਅਵਤਾਰ ਸਹੋਤਾ, ਮੁਹੰਮਦ ਬੀ ਹਸਨ, ਮਾਈਕਲ ਮਸਕੋਨੀ, ਗੁੰਦੀਪ ਤਾਰੀਵਾਲ, ਸ਼ੌਨ ਬੇਟ, ਜ਼ੈਨ ਖਵਾਜਾ, ਵਿਲੀ ਸ਼ਵਾਰਟਸ, ਮਹਿਕਪ੍ਰੀਤ ਸਿੰਘ, ਕਰਨਦੀਪ ਸਿੰਘ। ਇਸ ਤੋਂ ਇਲਾਵਾ 2 ਹੋਰ ਜਾਣੇ ਜਿਨ੍ਹਾਂ ਦਾ ਨਾਮ ਜਿਹੜਾ ਉਹ ਨਹੀਂ ਦੱਸਿਆ ਹੈਗਾ, ਵੀ ਉਹਨਾਂ ਨੂੰ ਜਿਹੜਾ ਇਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕੀਤਾ ਹੈਗਾ ਆ। ਸੋ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਡਰੱਗ ਸਮਗਲਿੰਗ ਦਾ, ਕ੍ਰਾਸ ਬਾਰਡਰ ਡਰੱਗ ਸਮਗਲਿੰਗ ਦਾ ਕੰਮ ਚੱਲ ਰਿਹਾ ਸੀ। ਓਨਟਾਰੀਓ ਦੀ ਪੁਲਿਸ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, CBSA, RCMP ਤੇ ਉੱਥੋਂ ਦੀਆਂ ਲੋਕਲ ਪੁਲਿਸਾਂ ਨੇ ਮਿਲ ਕੇ ਇਹ 21 ਜਾਣੇ ਜਿਹੜੇ ਆ ਪ੍ਰੋਜੈਕਟ ਬੇ ਦੇ ਤਹਿਤ ਗ੍ਰਿਫਤਾਰ ਜਿਹੜੇ ਉਹ ਕੀਤੇ ਹੈਗੇ ਆ, ਜੋ ਕਿ ਅਮਰੀਕਾ ਤੋਂ ਕੈਨੇਡਾ ਦੇ ਵਿੱਚ, ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਿਹੜੀ ਡਰੱਗ ਸਮਗਲਿੰਗ ਦਾ ਧੰਦਾ ਜਿਹੜਾ ਉਹ ਕਰ ਰਹੇ ਸੀਗੇ। ਸੋ ਲਾ ਐਨਫੋਰਸਮੈਂਟ ਦਾ ਆਪਾਂ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਗੰਦੇ ਅਨਸਰਾਂ ਨੂੰ, ਮਾੜੇ ਅਨਸਰਾਂ ਨੂੰ ਸਮਾਜ ਦੇ ਵਿੱਚੋਂ ਗ੍ਰਿਫਤਾਰ ਕਰਕੇ ਜਿਹੜੀ ਸੁਸਾਇਟੀਜ਼ ਆ, ਕਮਿਊਨਿਟੀਜ਼ ਆ, ਉਹਨਾਂ ਨੂੰ ਕਲੀਨ ਕਰਨ ਦਾ ਕੰਮ ਕਰ ਰਹੇ ਆ। ਅਗਲੀ ਖਬਰ ਵੱਲ ਚੱਲੀਏ ਤੇ ਨਿਊਯਾਰਕ ਸਿਟੀ ਦੇ ਵਿੱਚ ਸਟੈਬਿੰਗ ਦੀ ਖਬਰ ਆਈ ਆ, ਜਿੱਥੇ 2 ਜਾਣਿਆਂ ਨੂੰ ਸਟੈਬ ਕੀਤਾ ਗਿਆ ਤੇ ਇਹਦੇ ਵਿੱਚ ਇਹ ਪਤਾ ਚੱਲ ਰਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਹੇਟ ਕ੍ਰਾਈਮ ਹੈਗਾ ਆ। ਜਿਹੜੇ ਵਿਕਟਮ ਆ ਤੇ ਵਿਟਨੈਸਸ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਬੰਦਾ ਜਿਹੜਾ ਆ ਉਹ ਅੱਲਾਹੂ ਅਕਬਰ ਕਰਕੇ ਕਹਿ ਰਿਹਾ ਸੀ ਤੇ ਉਸ ਨੇ ਜੋ ਇੱਕ 57 ਸਾਲਾਂ ਦਾ ਏਸ਼ੀਅਨ ਮੂਲ ਦਾ ਜਿਹੜਾ ਬੰਦਾ ਆ ਉਹਨੂੰ ਸਟੈਬ ਕੀਤਾ ਵੈਸਟ 84 ਸਟਰੀਟ ਦੇ ਉੱਤੇ, ਸੈਂਟਰਲ ਪਾਰਕ ਵੈਸਟ ਦੇ ਵਿੱਚ। ਤੇ ਸੈਕੰਡ ਵਿਕਟਮ ਜਿਹੜਾ ਆ ਉਹ 50 ਸਾਲਾਂ ਦਾ ਇੱਕ ਯੂਸ਼ ਮੈਨ ਆ, ਜਿਸ ਨੂੰ ਵੈਸਟ 86 ਸਟਰੀਟ ਤੇ ਐਮਸਟਰਮ ਐਵਨਿਊ ਉੱਥੇ ਜਿਹੜਾ ਸਟੈਬ ਕੀਤਾ ਹੈਗਾ। ਦੋਨੇ ਵਿਕਟਮਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਦੋਨੋਂ ਹੀ ਜਿਹੜੇ ਸਟੇਬਲ ਕੰਡੀਸ਼ਨ ਦੇ ਵਿੱਚ ਦੱਸੇ ਜਾਂਦੇ ਹੈਗੇ ਆ। ਜਿਹੜਾ ਸਸਪੈਕਟ ਆ ਉਹ 51 ਸਾਲਾਂ ਦਾ ਰਾਉਲ ਮੋਰਾਲਸ ਨਾਮ ਦਾ ਬੰਦਾ ਦੱਸਿਆ ਗਿਆ ਆ, ਤੇ ਕਹਿੰਦੇ ਵੀ ਉਹਨੂੰ ਕਸਟਡੀ 'ਚ ਲੈ ਲਿਆ ਗਿਆ ਆ ਅਪਰ ਵੈਸਟ ਸਾਈਡ ਵਾਲਾ ਜਿਹੜਾ ਏਰੀਆ ਹੈਗਾ ਆ, ਨੀਅਰ ਵੈਸਟ 88 ਸਟਰੀਟ ਤੇ ਐਮਸਟਰਮ ਐਵਨਿਊ ਦੇ ਲਾਗੇ। ਇਹ ਨਹੀਂ ਹੁਣ ਪਤਾ ਲੱਗਿਆ ਕਿ ਜਿਹੜਾ ਮੋਰਾਲਸ ਆ ਉਹ ਦੋਨਾਂ ਵਿਕਟਮਸ ਨੂੰ ਜਾਣਦਾ ਆ ਜਾਂ ਨਹੀਂ, ਜਾਂ ਵੈਸੇ ਹੀ ਉਹਨ ਜਿਹੜਾ ਇਹ ਕੰਮ ਕੀਤਾ ਹੈਗਾ। ਤੇ ਇਹ ਦੱਸਿਆ ਜਾ ਰਿਹਾ ਵੀ ਇਹ ਮੋਰਾਲਸ ਜੋ ਆ ਇਹਨੂੰ ਮੈਂਟਲ ਹੈਲਥ ਦੀ ਜਿਹੜੀ ਹਿਸਟਰੀ ਵੀ ਹੈਗੀ ਆ। ਹੁਣ ਦੇਖੋ, ਇਹ ਸਪੈਨਿਸ਼ ਮੂਲ ਦਾ ਬੰਦਾ ਆ ਤੇ ਨਾਰਾ ਲਾ ਰਿਹਾ ਆ ਮੁਸਲਿਮ, ਤੇ ਚਾਕੂ ਮਾਰ ਰਿਹਾ ਇੱਕ ਯੂਸ਼ ਨੂੰ ਤੇ ਇੱਕ ਏਸ਼ੀਅਨ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨੇਟ ਦੀ ਜਿਹੜੀ GOP, ਉਹਨਾਂ ਨੇ ਉਸ ਮੈਜਰ ਨੂੰ ਬਲੌਕ ਕਰ ਦਿੱਤਾ, ਰੋਕ ਦਿੱਤਾ, ਜਿਸ ਦੇ ਨਾਲ ਇਰਾਨ ਵਾਰ ਖਤਮ ਹੋ ਸਕਦੀ ਸੀਗੀ। ਉਹਨਾਂ ਨੇ ਇਹ ਕਿਹਾ ਵੀ ਐਂਡ ਗੇਮ ਕੋਈ ਨਹੀਂ ਆ, ਸੋ ਇਹ ਨਹੀਂ ਪਤਾ ਵੀ ਅੱਗੇ ਅਖੀਰ ਕਿੱਦਾਂ ਜਿਹੜੀ ਹੋਊਗੀ। ਇਸ ਲਈ ਜਿਹੜੇ ਆ 47-49 ਦੇ ਮੁਕਾਬਲੇ ਇਹ ਜਿਹੜਾ ਮੋਸ਼ਨ ਆ ਫੇਲ ਹੋ ਗਿਆ ਹੈਗਾ। ਜੌਨ ਫੈਟਰਮੈਨ ਜਿਹੜਾ ਇਕੱਲਾ ਡੈਮੋਕ੍ਰੇਟ ਸੀਗਾ, ਉਹਨੇ ਇਸ ਮੋਸ਼ਨ ਨੂੰ ਐਡਵਾਂਸ ਹੋਣ ਤੋਂ ਜਿਹੜਾ ਉਸਦੇ ਉਲਟ ਵੋਟ ਪਾਈ। ਰੈਂਡ ਪੌਲ ਕੰਟੱਕੀ ਤੋਂ ਜਿਹੜੇ ਤੇ ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਉਹਨਾਂ ਨੇ ਪਹਿਲਾਂ ਜਿਹੜੇ ਇਹ ਰੈਜ਼ੋਲੂਸ਼ਨ ਜਿਸ ਦੇ ਵਿੱਚ ਟਰੰਪ ਦੀ ਅਥਾਰਟੀ ਕਮਾਂਡਰ ਇਨ ਚੀਫ ਦੀ ਰੋਕਣ ਵਾਲੀ ਕੀਤੀ ਸੀ, ਇਸ ਵਾਰ ਉਹਨਾਂ ਨੇ ਵੋਟਾਂ ਦੇ ਵਿੱਚ ਇਸ ਵੋਟ 'ਚ ਹਿੱਸਾ ਨਹੀਂ ਲਿਆ। ਮਿਚ ਮੈਕੋਨਲ, ਜਿਹਨੂੰ ਕਿ ਮਹੀਨੇ ਤੋਂ ਵੀ ਵੱਧ ਹੋ ਗਿਆ ਗਾਇਬ ਨੇ, ਉਹਦਾ ਤਸਵੀਰਾਂ ਜਾਰੀ ਹੋ ਗਈਆਂ ਜਿਸ ਦੇ ਉੱਤੇ ਇਹ ਸ਼ੱਕ ਆ ਵੀ ਉਹ AI ਦੇ ਨਾਲ ਜਨਰੇਟਿਡ ਆ। ਉਹ ਤੇ ਕੇਟੀ ਬ੍ਰਿਟ ਜਿਹੜੇ ਅਲਾਸਕਾ ਤੇ ਆ, ਉਹਨਾਂ ਨੇ ਇਸ ਜਿਹੜੀਆਂ ਵੋਟ ਦੇ ਵਿੱਚ ਹਿੱਸਾ ਨਹੀਂ ਲਿਆ, ਉਸ ਦੇ ਵਿੱਚ ਐਬਸੈਂਟ ਜਿਹੜੇ ਉਹ ਸੀਗੇ। ਸੋ 47 ਦੇ ਮੁਕਾਬਲੇ 49 ਦੇ ਨਾਲ ਇਹ ਜਿਹੜਾ ਮੈਜਰ ਆ, ਜਿਸ ਨਾਲ ਇਰਾਨ ਵਾਰ ਖਤਮ ਕਰਨ ਦੀ ਹਾਊਸ ਨੇ ਪ੍ਰਵਾਨਗੀ ਦਿੱਤੀ ਸੀ, ਉਸ ਨੂੰ GOP ਦੇ ਜਿਹੜੀ ਸੈਨੇਟ GOP ਆ ਉਹਨਾਂ ਨੇ, ਤੇ ਜਿਹੜਾ ਫੈਟਰਮੈਨ ਆ ਡੈਮੋਕ੍ਰੇਟ ਪਾਰਟੀ ਦਾ, ਉਹ ਇਸ ਮੋਸ਼ਨ ਨੂੰ ਰੋਕ ਜਿਹੜਾ ਉਹ ਦਿੱਤਾ ਹੈਗਾ ਆ। ਸੋ ਅੱਜ ਵੀ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਇਰਾਨ ਦੇ ਨਾਲ ਜਿਹੜੀ ਲੜਾਈ ਆ ਉਹ ਲਗਾਤਾਰ 11ਵੇਂ 12ਵੇਂ ਦਿਨ ਜਿਹੜੀ ਉਹ ਚੱਲ ਰਹੀ ਆ। ਹਾਲ ਦੀ ਘੜੀ
ਇਸ ਦੇ ਵਿੱਚ ਕੋਈ ਜਿਹੜੀ ਚੀਜ਼ ਜਿਹੜੀ ਰੁਕਦੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈਗੀ। ਅੱਜ ਟਰੰਪ ਹੁਣਾਂ ਨੇ ਇਹ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਵੀ ਕਹਿੰਦੇ ਵੀ ਜੋ ਵੀ ਈਰਾਨ ਹਮਲੇ ਕਰ ਰਿਹਾ ਆ, ਜਿਹੜੀਆਂ ਵੀ ਸ਼ਿਪਸ ਦਾ ਨੁਕਸਾਨ ਹੋ ਰਿਹਾ ਆ, ਤੇ ਉਹਦੀ ਜਿੰਨੀ ਵੀ ਕੀਮਤ ਹੋਊਗੀ ਉਹ ਈਰਾਨ ਤੋਂ ਜਿਹੜੀ ਉਹ ਵਸੂਲੀ ਜਾਊਗੀ। ਤੇ ਕਹਿੰਦੇ ਵੀ ਉਹ ਜਿਹੜੀ ਰਾਸ਼ੀ ਜਿਹੜੀ ਪਹਿਲਾਂ ਹੀ ਅਮਰੀਕਾ ਦੇ ਕੋਲ ਇਹਨਾਂ ਦੀ ਅਸੀਂ ਫਰੀਜ਼ ਕਰਕੇ ਰੱਖੀ ਆ, ਉਹਦੇ ਵਿੱਚੋਂ ਉਹ ਜਿਹੜੀ ਰਾਸ਼ੀ ਦੀ ਭਰਪਾਈ ਜਿਹੜੀ ਆ, ਨੁਕਸਾਨ ਦੀ ਭਰਪਾਈ ਕੀਤੀ ਜਿਹੜੀ ਉਹ ਜਾਵੇਗੀ। ਸੋ ਹਾਲ ਦੀ ਘੜੀ ਅੱਗੇ ਕੀ ਬਣ ਜਾ ਰਿਹਾ ਆ, ਇਹਦੇ ਬਾਰੇ ਜਿਹੜਾ ਪਤਾ ਜਿਹੜਾ ਉਹ ਲੱਗਦਾ ਰਹੂਗਾ, ਅਪਡੇਟ ਆਪਾਂ ਕਰਦੇ ਰਵਾਂਗੇ। ਪਰ ਦੋਨਾਂ ਮੁਲਕਾਂ ਦੇ ਦਰਮਿਆਨ ਇੱਕ ਵਾਰੀ ਫੇਰ ਜਿਹੜੀ ਲੜਾਈ ਆ ਉਹ ਤੇਜ਼ ਹੁੰਦੀ ਜਾ ਰਹੀ ਆ ਜੀ। ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਵੀ ਕੈਲੀਫੋਰਨੀਆ ਦਾ ਇੱਕ ਜਿਹੜਾ ਮੇਜਰ ਸ਼ਹਿਰ ਆ, ਉੱਥੇ ਜਿਹੜੇ ਮਰਡਰਸ ਦੇ ਜਿਹੜੇ ਰੇਟ ਆ ਉਹ ਕਾਫੀ ਜ਼ਿਆਦਾ ਉੱਪਰ ਗਏ ਹੈਗੇ ਆ। ਨੈਸ਼ਨਲ ਹੋਮੋਸਾਈਡ ਰੇਟ ਹਿਟਸ ਇੱਕ ਜਗ੍ਹਾ ਦੇ ਉੱਤੇ 125 ਸਾਲ ਲੋ ਵੀ ਗਏ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵੀ ਜਿਹੜਾ ਹੋਮੋਸਾਈਡ ਦਾ ਰੇਟ ਆ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋਇਆ ਹੈਗਾ ਆ। ਤੇ ਸਿਟੀ ਆਫ ਦਾ ਵੇ ਕਹਿੰਦੇ ਵੀ ਇਹ ਵਨ ਆਫ ਦਾ 8 ਮੇਜਰ ਸਿਟੀਜ਼ ਆ ਜਿੱਥੇ ਹੋਮੋਸਾਈਡ ਇਨਕਰੀਜ਼ ਹੋਇਆ ਫਸਟ ਹਾਫ ਆਫ 2026। 55% ਪਿਛਲੇ 6 ਮਹੀਨਿਆਂ ਦੇ ਵਿੱਚ ਜਿਹੜੇ ਰੇਟ ਆ ਇਹ ਹੋਮੋਸਾਈਡ ਦਾ ਇਨਕਰੀਜ਼ ਹੋਇਆ ਹੈਗਾ ਆ। ਤੇ ਨਾਰਫੋਕ ਵਰਜੀਨੀਆ ਉੱਥੇ 64% ਇਨਕਰੀਜ਼ ਹੋਇਆ। ਡੈਲਸ ਦੇ ਵਿੱਚ 30% ਤੇ ਸਾਲਟ ਲੇਕ ਸਿਟੀ ਦੇ ਵਿੱਚ 20% ਜੋ ਆ ਰੇਟ ਜਿਹੜਾ ਹੋਮੋਸਾਈਡ ਦਾ ਇਨਕਰੀਜ਼ ਹੋਇਆ ਹੈ ਜੀ। ਕੈਲੀਫੋਰਨੀਆ ਦੇ ਵਿੱਚ ਇਸ ਵਾਰ ਜੂਨ ਚ ਹੋਈਆਂ ਪ੍ਰਾਇਮਰੀ ਵੋਟਾਂ ਚ 1.5 ਲੱਖ ਜਿਹੜੇ ਕੈਲੀਫੋਰਨੀਆ ਦੇ ਵੋਟਰਸ ਆ ਉਹਨਾਂ ਦੇ ਮੇਲ ਇਨ ਬੈਲਟ ਰਿਜੈਕਟ ਕੀਤੇ ਗਏ ਆ। ਕਹਿੰਦੇ ਵੀ ਇਲੈਕਸ਼ਨਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕੁਝ ਜ਼ਿਆਦਾ ਹੀ ਆਪਾਂ ਨੂੰ ਪਤਾ ਆ ਵੀ ਸਵਾਲ ਜਵਾਬ ਜਿਹੜੇ ਉਹ ਹੋ ਰਹੇ ਆ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜਾ ਸਲੋ ਵੋਟ ਕਾਊਂਟ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਇਹਨਾਂ ਦਾ ਕ੍ਰਿਟਿਸਿਜ਼ਮ ਹੁੰਦਾ ਆ। ਕਈ ਹਫ਼ਤੇ ਜਿਹੜੇ ਆ ਉਹ ਮਹੀਨੇ ਭਰ ਹੀ ਲਾ ਦਿੰਦੇ ਆ ਤੇ ਕਈ ਵਾਰੀ ਉਹ ਤੋਂ ਵੀ ਜ਼ਿਆਦਾ ਵਕਤ ਲਾ ਦਿੰਦੇ ਆ ਤੇ ਜਿਹਦੇ ਕਰਕੇ ਜਿਹੜੀਆਂ ਵੋਟਾਂ ਦੀ ਗਿਣਤੀ ਬਹੁਤ ਹੌਲੀ ਜਿਹੜੀ ਉਹ ਹੁੰਦੀ ਆ। ਕਹਿੰਦੇ ਵੀ ਵੀਕ ਲੌਂਗ ਵਿੰਡੋ ਹੋਣ ਦੇ ਬਾਵਜੂਦ ਵੀ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇੱਥੇ ਬਹੁਤ ਜ਼ਿਆਦੀਆਂ ਜਿਹੜੀਆਂ ਆ ਵੋਟਸ ਆ ਉਹ ਰਿਜੈਕਟ ਹੋਈਆਂ ਆ। ਸਟੇਟ ਨੇ ਜਿਹੜੀਆਂ ਆਪਣੀਆਂ ਡਾਟਾ ਦੇ ਮੁਤਾਬਕ 1,48,241 ਜਿਹੜੇ ਮੇਲ ਬੈਲਟਸ ਆ ਉਹਨਾਂ ਨੂੰ ਰਿਜੈਕਟ ਜਿਹੜਾ ਉਹ ਕੀਤਾ, ਜੋ ਕਿ ਕੁੱਲ ਬੈਲਟਸ ਦਾ 1.73% ਬਣਦਾ ਜਿਹੜਾ ਉਹ ਹੈਗਾ ਆ। ਸੋ ਇਹ ਲੇਟ ਅਰਾਈਵਿੰਗ ਬੈਲਟ ਸੀਗੇ, ਇਹ ਲੇਟ ਪਹੁੰਚੇ ਸੀਗੇ, ਜਿਹਦੇ ਕਰਕੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ। ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਨੂੰ ਲੈ ਕੇ, ਵੋਟਾਂ ਦੀ ਗਿਣਤੀ ਨੂੰ ਲੈ ਕੇ ਨਵਾਂ ਕਾਨੂੰਨ ਪਾਸ ਹੋ ਜਾਂਦਾ ਹੈ, ਜਿਸ ਕਰਕੇ ਕਹਿੰਦੇ ਵੀ ਕੈਲੀਫੋਰਨੀਆ 'ਚ ਵੋਟਾਂ ਦੀ ਗਿਣਤੀ ਹਰ ਵਾਰੀ ਜਿਹੜੀ ਉਹ ਡਿਲੇ ਹੁੰਦੀ ਜਾ ਰਹੀ ਆ। 2024 ਦੀਆਂ ਪ੍ਰਾਇਮਰੀ ਦੇ ਵਿੱਚ 1,08,982 ਜਿਹੜੇ ਮੇਲ ਬੈਲਟਸ ਆ ਉਹ ਰਿਜੈਕਟ ਹੋਏ ਸੀਗੇ, ਉਹ 1.5% ਦੇ ਉੱਤੇ ਸੀ। 2022 'ਚ 1,05,000 ਜਿਹੜੇ ਮੇਲ ਇਨ ਬੈਲਟਸ ਆ ਉਹਨਾਂ ਨੂੰ ਵੋਇਡ ਕਰਨਾ ਜਿਹੜਾ ਉਹ ਪਿਆ ਸੀਗਾ। ਸੋ ਹਰ ਸਾਲ ਆਪਾਂ ਦੇਖ ਰਹੇ ਹਾਂ ਵੀ ਮੇਲ ਇਨ ਬੈਲਟਸ ਜਿਹੜੇ ਆ ਉਹ ਰਿਜੈਕਟ ਹੋ ਰਹੇ ਆ ਕਿਉਂਕਿ ਉਹ ਲੇਟ ਪਹੁੰਚਦੇ ਆ। ਤੇ ਜਿੱਦਾਂ ਆਪਾਂ ਦੱਸਿਆ ਵੀ ਕੈਲੀਫੋਰਨੀਆ ਤਾਂ ਜੈਨਰਸਲੀ 1 ਹਫ਼ਤਾ ਐਕਸਟਰਾ ਦਿੰਦਾ ਆ ਵੀ ਜੇ ਵੋਟ ਤੁਹਾਡੀ ਉਦੋਂ ਤੱਕ ਮੇਲ ਇਨ ਬੈਲਟ ਪਹੁੰਚ ਜਾਂਦਾ ਆ ਤੇ ਉਸ ਨੂੰ ਗਿਣਿਆ ਜਿਹੜਾ ਉਹ ਜਾ ਸਕਦਾ ਆ। ਪਰ ਇਸ ਸਾਲ ਪ੍ਰਾਇਮਰੀ ਤਕਰੀਬਨ 1.5 ਲੱਖ ਵੋਟਾਂ ਜਿਹੜੀਆਂ ਇਸ ਦੇਰੀ ਦੇ ਕਰਕੇ ਕੈਂਸਲ ਹੋ ਗਈਆਂ, ਰਿਜੈਕਟ ਹੋਈਆਂ। ਇਨਫੈਕਟ ਲੋਕਲ ਖਬਰਾਂ ਵੱਲ ਚਲੀਏ ਤੇ ਫ੍ਰਿਜ਼ਨੋ ਦੇ ਵਿੱਚ ਇੱਕ 100 ਸਾਲਾਂ ਦੀ ਬਜ਼ੁਰਗ ਮਾਤਾ ਜਿਹੜੀ ਆ ਉਹ ਇੱਕ ਕਾਰ ਦੇ ਵਿੱਚ ਟਰੈਵਲ ਕਰ ਰਹੀ ਸੀ ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਤੇ ਉੱਥੇ ਫ੍ਰਿਜ਼ਨੋ 'ਚ ਮਿਲਰਟਨ ਰੋਡ ਤੇ ਆਬਰੀ ਰੋਡ ਦੇ ਉੱਤੇ 12:45 ਤੇ ਐਕਸੀਡੈਂਟ ਹੋਇਆ। ਜਿਹੜੀ ਕਾਰ ਆ ਉਹਦੀ ਰੋਲ ਓਵਰ ਹੋ ਗਈ ਤੇ ਸਟਾਪ ਸਾਈਨ ਦੇ ਉੱਤੇ ਸੀਗਾ, ਉੱਥੇ ਸਟਾਪ ਮਿਸ ਹੋ ਗਿਆ ਤੇ ਜਿਹੜੀ ਈਸਟ ਬਾਉਂਡ ਟਰੈਵਲ ਕਰ ਰਹੀ ਸੀ ਮਿਲਰਟਨ ਰੋਡ ਦੇ ਉੱਤੇ CHP ਦੇ ਮੁਤਾਬਕ, ਤੇ ਇੱਦਾਂ ਹੀ ਇੱਕ ਨਿਸ਼ਾਨ ਕਾਰ ਸੀਗੀ ਉਹ ਨਾਰਥ ਬਾਉਂਡ ਜਿਹੜੀ ਆ 50 ਤੋਂ ਲੈ ਕੇ 55 ਮੀਲ ਪਰ ਆਵਰ ਦੇ ਹਿਸਾਬ ਨਾਲ ਜੋ ਟਰੈਵਲ ਕਰ ਰਹੀ ਸੀ, ਜਿੱਥੇ ਉਹਨਾਂ ਨੇ ਜਿਹੜਾ ਹੈਡ ਔਨ ਕੋਲੀਜਨ ਕੀਤਾ ਹੈਗਾ। 2 ਪੈਸੇਂਜਰਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਤੇ 88 ਸਾਲਾਂ ਦਾ ਇੱਕ ਮੇਲ ਡਰਾਈਵਰ ਸੀਗਾ ਪ੍ਰਥਰ ਤੋਂ ਜਿਹੜਾ ਨਿਸਾਨ ਨੂੰ ਚਲਾ ਰਿਹਾ ਸੀ, ਉਹਦੇ ਕਾਫੀ ਸੱਟਾਂ ਲੱਗੀਆਂ ਹੈਗੀਆਂ। ਇੱਕ 18 ਸਾਲਾਂ ਦਾ ਡਰਾਈਵਰ ਜਿਹੜਾ ਟੋਯੋਟਾ ਦਾ ਸੀਗਾ ਆਪਣੀ ਗ੍ਰੈਂਡ ਮਦਰ ਦੇ ਨਾਲ, ਉਹਦੇ ਵੀ ਤੇ ਹੋਰ 2 ਉਹਨਾਂ ਦੇ ਜਿਹੜੇ ਯੰਗਰ ਸਿਬਲਿੰਗ ਸੀਗੇ ਉਹਨਾਂ ਦੇ ਵੀ ਜਿਹੜੀਆਂ ਸੱਟਾਂ ਲੱਗੀਆਂ। ਉਹਨਾਂ ਨੂੰ ਤਾਂ ਹਸਪਤਾਲ ਦੇ ਵਿੱਚ ਜਿਹੜਾ ਫਲਾਈ ਕਰਕੇ ਲਿਜਾਇਆ ਗਿਆ ਹੈਲੀਕਾਪਟਰ ਦੇ ਥਰੂ।
ਤੇ ਜਿਹੜੇ ਦੂਜੇ ਬੰਦੇ ਸੀ ਉਹਨਾਂ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਪਹੁੰਚਾਇਆ ਗਿਆ। ਕਿਸੇ ਤਰ੍ਹਾਂ ਦੀ ਡਰੱਗ ਜਾਂ ਅਲਕੋਹਲ ਇਸ ਐਕਸੀਡੈਂਟ ਦੇ ਵਿੱਚ ਇਨਵੋਲਵ ਨਹੀਂ ਸੀ। ਜੀ ਹਰਜੋਤ ਸਿੰਘ ਜੀ, ਓਰੇਕਲ ਕੰਪਨੀ ਨੇ ਬਹੁਤ ਵੱਡਾ ਜਿਹੜਾ ਉਹ ਝਟਕਾ ਦਿੱਤਾ ਆ। 21,000 EMPLOYE AI ਸਪੈਂਡਿੰਗ ਸਪਰੀ ਦੇ ਵਿੱਚ ਫਾਇਰ ਉਹਨਾਂ ਨੇ ਕਰ ਦਿੱਤੇ ਹੈਗੇ ਆ। $7 ਬਿਲੀਅਨ ਜਿਹੜੇ ਵਿਸਕੌਨਸਨ ਦੀ ਜਿਹੜੀ ਪਾਵਰ ਹਰਡਲ ਆ ਉਹ ਉਹਨਾਂ ਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ ਆ। ਪਰ ਜਿਹੜੀ ਓਰੇਕਲ ਕੰਪਨੀ ਆ ਉਹਨਾਂ ਨੇ 21,000 EMPLOYEਜ਼ ਦੀ ਛੁੱਟੀ ਜਿਹੜੀ ਉਹ ਕਰ ਦਿੱਤੀ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕੌਣ ਉੱਤੇ ਆਊਗਾ, ਇਸ ਦੀ ਜਿਹੜੀ ਦੌੜ ਇਸ ਟਾਈਮ ਲੱਗ ਰਹੀ ਆ। ਤੇ ਕਹਿੰਦੇ ਵੀ ਸਭ ਤੋਂ ਮਹਿੰਗਾ ਕਾਰਪੋਰੇਟ ਕੰਟੈਸਟ ਇਸ ਟਾਈਮ ਇਤਿਹਾਸ ਦਾ ਬਣ ਕੇ ਆ ਗਿਆ ਆ। ਐਮਾਜ਼ੋਨ, ਮਾਈਕਰੋਸਾਫਟ, ਗੂਗਲ, ਅਲਫਾਬੈਟ, ਮੈਟਾ, SpaceX ਵਾਲਾ ਜਿਹੜਾ ਆ, XAI, OpenAI, ਐਂਥਰੋਪਿਕ, ਅੰਨ੍ਹੇਵਾਹ ਬਿਲੀਅਨਸ ਆਫ ਡਾਲਰ AI ਦੇ ਇਨਫਰਾਸਟ੍ਰਕਚਰ ਦੇ ਵਿੱਚ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਲਾ ਰਹੀਆਂ ਆ। ਤੇ ਉਹ ਰਾਸ਼ੀ ਕਿੱਥੋਂ ਆਉਣੀ ਆ? ਉਹ ਇੱਕ ਪਾਸਿਓਂ ਕੰਪਨੀ ਦੇ ਜਿਹੜੇ ਕਾਰਪੋਰੇਟ ਦੇ ਮਨੀ ਆ ਉਹ ਦੂਜੇ ਪਾਸੇ ਜਿਹੜੀਆਂ ਆ ਉਹਨਾਂ ਨੂੰ ਮੂਵ ਕਰਨੀ ਪੈਂਦੀ ਆ, ਜਿਹਦੇ ਕਰਕੇ ਹੁਣ ਓਰੇਕਲ ਇਸ ਦੌੜ ਦੇ ਵਿੱਚ ਅੱਗੇ ਲੰਘਣ ਦੇ ਲਈ ਜਾਂ ਇਸ ਦੇ ਵਿੱਚ ਨਾਲ ਮਿਲਣ ਦੇ ਲਈ ਉਹਨਾਂ ਨੇ 21,000 ਜਿਹੜੇ ਬੰਦੇ ਆ ਉਹਨਾਂ ਨੂੰ ਲੇ ਆਫ ਜਿਹੜਾ ਉਹ ਕਰ ਦਿੱਤਾ। 13% ਕੁੱਲ ਓਰੇਕਲ ਦਾ ਜਿਹੜਾ ਵਰਕਫੋਰਸ ਆ ਉਸ ਨੂੰ ਇਹਨਾਂ ਨੇ ਰਿਡਿਊਸ ਕਰਨਾ ਆ। ਇਸ ਮੌਕੇ ਇਹਨਾਂ ਦੇ 1,62,000 EMPLOYE ਆ, ਜਿਨ੍ਹਾਂ ਨੂੰ ਘਟਾ ਕੇ 1,41,000 EMPLOYE ਟੋਟਲ ਦੁਨੀਆ ਦੇ ਵਿੱਚ ਉਸ ਨੂੰ ਕਰਨ ਜਾ ਰਹੇ ਆ। ਸੋ ਆਪਣੇ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਇਹ ਰੀਸਟਰਕਚਰ ਕਰ ਰਹੇ ਆ। ਆਪਾਂ ਉਦਾਂ ਵੈਸੇ ਕੱਲ ਪਰਸੋਂ ਜਿਹੜੀ ਹਰਜੋਤ ਸਿੰਘ ਜੀ ਖਬਰ ਕੀਤੀ ਸੀ ਵੀ ਓਪਨ AI ਦਾ ਜਿਹੜਾ ਇੱਕ ਮਾਡਲ ਆ ਉਹ ਇੱਕ ਸੈਂਡਬਾਕਸ, ਯਾਨੀ ਕਿ ਇੱਕ ਬਹੁਤ ਹੀ ਸੀਮਤ ਜਿਹੜੀਆਂ ਕੰਡੀਸ਼ਨਸ ਦੇ ਵਿੱਚ, ਸਖਤ ਕੰਡੀਸ਼ਨਸ ਦੇ ਵਿੱਚ ਉਸ ਦੀ ਟੈਸਟਿੰਗ ਹੋ ਰਹੀ ਸੀ। ਉਹ ਉਸ ਕੰਪਿਊਟਰ ਚੋਂ ਨਿਕਲ ਕੇ ਦੂਜੇ ਕੰਪਿਊਟਰ 'ਚ ਜਾ ਕੇ, ਤੀਜੇ 'ਚ ਜਾ ਕੇ ਇੰਟਰਨੈਟ ਐਕਸੈਸ ਕਰਕੇ ਉਹਨੇ ਇੱਕ ਕੰਪਨੀ ਨੂੰ ਹੈਕ ਜਿਹੜਾ ਉਹ ਕਰ ਲਿਆ। ਹੋਰ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ AI ਦੀਆਂ ਉਦਾਹਰਨਾਂ ਸਾਹਮਣੇ ਆ ਰਹੀਆਂ ਜਿਸ ਨੂੰ ਲੈ ਕੇ ਲੋਕ AI ਦੇ ਉੱਤੇ ਜਿਹੜੇ ਉਹ ਸਵਾਲ ਕਰ ਰਹੇ ਹੈਗੇ ਆ। ਸੋ ਲੈਟਸ ਸੀ ਕਿ ਜਿਹੜਾ ਉਹ ਅੱਗੇ AI ਦੀ ਦੌੜ ਦੇ ਵਿੱਚ ਬਣਦਾ ਆ। ਪਰ AI ਦੀ ਦੌੜ ਦੇ ਵਿੱਚ ਅੱਗੇ ਲੰਘਣ ਦੇ ਲਈ ਇਸ ਟਾਈਮ ਕਹਿ ਲਓ ਵੀ ਮੌਜੂਦਾ EMPLOYEਜ਼ ਦੀ ਬਲੀ ਜਿਹੜੀ ਉਹ ਦਿੱਤੀ ਜਾ ਰਹੀ ਹੈਗੀ ਆ। ਬਹੁਤ ਸਾਰੀਆਂ ਕੰਪਨੀਆਂ, ਬਲੌਕ, IBM, ਸਨੈਪ, ਮਾਈਕਰੋਸਾਫਟ, ਅਡੋਬੀ, ਬਹੁਤ ਸਾਰੀਆਂ ਕੰਪਨੀਆਂ 'ਚ ਲੇ ਆਫ ਹੋਈ ਹੈ। ਇਕੱਲਾ ਇਹ ਨਹੀਂ, ਅੱਜ ਊਬਰ ਨੇ ਵੀ ਅਨਾਉਂਸ ਕਰ ਦਿੱਤਾ ਹੈ ਵੀ ਊਬਰ ਦੀ 10% ਕਸਟਮਰ ਸਰਵਿਸ ਵਰਕਰ ਜਿਹੜੇ ਆ ਉਹ ਲੇ ਆਫ ਹੋਣ ਜਾ ਰਹੇ ਆ। ਉਹਦਾ ਕਾਰਨ ਆਰਟੀਫਿਸ਼ੀਅਲ ਇੰਟੈਲੀਜੈਂਸ ਆ। ਸੋ ਉਹ ਲੋਕਾਂ ਨੂੰ ਕਿੱਥੇ ਜੌਬ ਮਿਲਣੀ ਆ, ਇਹ ਹੁਣ ਤੁਹਾਡੇ ਸਾਹਮਣੇ ਆ। CEO ਦਾਰਾ ਜਿਹੜਾ ਖੁਸ਼ਰੋ ਬਾਦਸ਼ਾਹੀ ਕਰਕੇ ਆ, ਉਹਨਾਂ ਨੇ ਕਿਹਾ ਵੀ ਹਾਇਰਿੰਗ ਵੀ ਅਸੀਂ ਜਿਹੜੀ ਆ ਇੱਕ ਤਰ੍ਹਾਂ ਨਾਲ ਬੰਦ ਕਰਨ ਜਾ ਰਹੇ ਹਾਂ। ਹਰਜੋਤ ਸਿੰਘ ਜੀ, ਊਬਰ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜੇ ਊਬਰ ਡਰਾਈਵਰ ਦੇ ਤੇ ਬਹੁਤ ਵੱਡਾ ਅਸਰ ਪੈਣਾ, ਕਿਉਂਕਿ ਜੇ ਆਟੋਨੋਮਸ ਟੈਕਸੀਜ਼ ਆ ਜਾਂਦੀਆਂ, AI ਉਹਨਾਂ ਦੇ ਕੋਲ ਆ, ਕੰਪਨੀ ਉਹਨਾਂ ਨੂੰ ਲੋੜ ਹੀ ਨਹੀਂ ਬੰਦਿਆਂ ਦੀ। ਦੇਖੋ ਉਹਨਾਂ ਦੇ ਪੈਸੇ ਕਿੰਨੇ ਜ਼ਿਆਦਾ ਜਿਹੜੇ ਉਹਨਾਂ ਦੇ ਬਚਣੇ ਆ। ਜਿੱਦਾਂ ਵੇਮੋ ਦੀਆਂ ਗੱਡੀਆਂ ਚੱਲਦੀਆਂ ਹੀ ਆ ਹੁਣ ਆਪਣੇ, ਉਹ ਊਬਰ ਵੀ ਚੱਲਦੀਆਂ ਹੀ ਆ, ਉਹਨਾਂ ਨੂੰ ਫਾਇਦਾ ਹੀ ਫਾਇਦਾ ਆ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ। ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਿਹੜੀਆਂ ਕੰਪਨੀਆਂ ਤੁਹਾਡੇ ਬਾਰੇ ਸੋਚਦੀਆਂ, ਕਦੀ ਵੀ ਨਹੀਂ ਸੋਚਦੀਆਂ। ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਜਿਹੜੀ ਕਿੰਨੀ ਨੈਟ ਵੈਲਿਊ ਆ, ਕਿੰਨਾ ਜਿਹੜਾ ਉਹਨਾਂ ਨੂੰ ਪ੍ਰੋਫਿਟ ਆ, ਉਸੇ ਦਾ ਹੀ ਜਿਹੜਾ ਸਭ ਤੋਂ ਵੱਧ ਖਿਆਲ ਰਹਿੰਦਾ ਆ। ਤੇ ਇਹਨਾਂ ਦੇ ਇਸ ਤਰੀਕੇ ਦੀ ਐਕਸਪੈਕਟੇਸ਼ਨ ਰੱਖਣਾ, ਇਹ ਆਪਣੇ ਆਪ ਦੇ ਵਿੱਚ ਇੱਕ ਮੂਰਖਤਾ ਹੀ ਜਿਹੜੀ ਉਹ ਸਮਝੀ ਜਾਂਦੀ ਹੈਗੀ ਆ ਜੀ। ਤੇ ਆਪਾਂ ਸਟਾਕ ਮਾਰਕੀਟ ਦੀ ਤੇ ਜੋ ਰੇਟ ਹੈਗੇ ਆ ਕਰੰਸੀ ਦੇ, ਉਹ ਦੱਸਣ ਤੋਂ ਪਹਿਲਾਂ ਇੱਕ ਮਾਰਗੇਜ ਨਾਲ ਰਿਲੇਟਡ ਦੱਸਦੇ ਜਾਈਏ। ਮਾਰਗੇਜ ਦੇ ਰੇਟ ਲਗਾਤਾਰ ਉੱਪਰ ਜਾ ਰਹੇ ਆ। ਹੁਣ ਐਵਰੇਜ ਲੌਂਗ ਟਰਮ US ਦੇ ਜਿਹੜੇ ਮਾਰਗੇਜ ਰੇਟ ਆ ਉਹ 6.58% ਆ, ਪਰ ਇਹ ਉਹਨਾਂ ਦੇ ਮੁਤਾਬਕ ਆ, ਪਰ 7% ਦੇ ਲਾਗੇ ਛਾਗੇ ਜਿਹੜੇ ਪਹੁੰਚ ਚੁੱਕੇ ਹੈਗੇ ਆ। ਸੋ ਜਿਹੜੇ ਹੋਮ ਬਾਇਰਸ ਆ ਉਹਨਾਂ ਨੂੰ ਜਿਹੜਾ ਝਟਕਾ ਲੱਗ ਰਿਹਾ ਹੈਗਾ, ਕਿਉਂਕਿ ਪੇਮੈਂਟ ਜਿਹੜੀ ਆ 7% ਤੇ ਪੌਣੇ 7% ਤੇ ਕਾਫੀ ਜ਼ਿਆਦਾ ਬਣਦੀ ਜੀ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਇੱਕ ਜਿਹੜੀ ਖਬਰ ਆ ਉਹ ਆਪਾਂ ਦੱਸਦੇ ਜਾਈਏ। ਜਿਹੜਾ ਟੇਲਰ ਫਾਰਮ ਆ, ਜਿਨ੍ਹਾਂ ਦਾ ਜਿਹੜਾ ਇਸ ਟਾਈਮ ਆਪਾਂ ਰੌਲਾ ਗੋਲਾ ਜਿਹੜਾ ਉਹ ਦੇਖਿਆ ਸੀਗਾ, ਮਲਟੀ ਸਟੇਟ ਸਾਈਕਲੋਸਪੋਰਾ ਪੈਰਾਸਾਈਟ ਆਊਟਬ੍ਰੇਕ, ਉਸ ਨੂੰ ਲੈ ਕੇ ਟੇਲਰ ਫਾਰਮ ਨੇ ਆਪਣੀ ਜਿਹੜੀ ਸੈਂਟਰਲ ਮੈਕਸੀਕੋ ਦੇ ਵਿੱਚ ਜਿਹੜੀ ਪ੍ਰੋਸੈਸਿੰਗ ਪਲਾਂਟ ਆ, ਜੋ ਕਿ ਇਸ ਆਊਟਬ੍ਰੇਕ ਦੇ ਨਾਲ, ਪੈਰਾਸਾਈਟ ਆਊਟਬ੍ਰੇਕ ਦੇ ਨਾਲ ਜੁੜਿਆ ਆ, ਉਸ ਨੂੰ ਆਰਜੀ ਤੌਰ ਦੇ ਉੱਤੇ ਥੋੜੇ ਸਮੇਂ ਦੇ ਲਈ ਜਿਹੜਾ ਉਹ ਬੰਦ ਕਰ ਦਿੱਤਾ, ਕਲੋਜ਼ ਕਰ ਦਿੱਤਾ ਆ। ਉੱਥੋਂ ਦਾ ਜਿਹੜਾ ਪ੍ਰੋਡਕਟ ਸ਼੍ਰੈਡਡ ਆਈਸਬਰਗ ਲੈਟਸ ਜਿਹੜੀ ਹੈ 5 ਪਾਉਂਡ ਵਾਲੇ ਬੈਗ ਵਾਲੇ, ਉਹਨਾਂ ਨੂੰ ਵਾਪਸ ਜਿਹੜਾ ਉਹਨਾਂ ਨੇ ਬੁਲਾਇਆ ਆ। ਜਿਹੜੇ ਕਿ ਇਹਨਾਂ ਨੇ ਟਾਕੋ ਬੈਲ ਤੇ ਜਿਹੜੇ ਸਿਸਕੋ
ਹੈਗੇ ਸਟੋਰ ਆ ਉਹਨਾਂ ਦੇ ਵਿੱਚ ਕੀਤਾ ਸੀਗਾ। ਸੋ ਨੇਸ਼ਨ ਵਾਈਡ CDC ਦੇ ਆંકੜਿਆਂ ਦੇ ਮੁਤਾਬਕ 4173 ਕਨਫਰਮਡ ਕੇਸ 41 ਸਟੇਟਸ ਦੇ ਵਿੱਚ ਹੋ ਚੁੱਕੇ ਆ, ਜਿਨ੍ਹਾਂ ਚੋਂ 308 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ। ਇਸ ਤੋਂ ਇਲਾਵਾ 7400 ਕੇਸ ਅਜਿਹੇ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਸਭ ਤੋਂ ਜ਼ਿਆਦਾ ਹਾਈਲੀ ਇੰਪੈਕਟਡ ਸਟੇਟ ਦੇ ਵਿੱਚ ਮਿਸ਼ੀਗਨ ਆ, ਜਿੱਥੇ 7644 ਕੇਸ ਸਾਹਮਣੇ ਜਿਹੜੇ ਉਹ ਰਿਪੋਰਟ ਹੋਏ ਆ ਤੇ 160 ਜਿਹੜੇ ਆ ਲੋਕਾਂ ਨੂੰ ਹਸਪਤਾਲ 'ਚ ਦਾਖਲ ਜਿਹੜਾ ਉਹ ਕਰਾਉਣਾ ਪਿਆ ਆ। ਸੋ ਟੇਲਰ ਫਾਰਮ ਜਿਹੜੀ ਕਿ ਆਈ ਥਿੰਕ ਅਜੋ ਸਿੰਘ ਜੀ ਵਾਟਸਨਵਿਲ ਵਾਲੇ ਪਾਸੇ ਜਿਨ੍ਹਾਂ ਦੀ ਉਧਰ ਕੰਪਨੀ ਆ, ਉਹਨਾਂ ਦਾ ਜਿਹੜਾ ਸੈਂਟਰਲ ਮੈਕਸੀਕੋ ਦਾ ਜਿਹੜਾ ਪ੍ਰੋਸੈਸਿੰਗ ਪਲਾਂਟ ਆ, ਜਿਹੜਾ ਸੈਂਟਰਲ ਮੈਕਸੀਕੋ 'ਚ ਪੈਂਦਾ ਆ, ਉਸ ਨੂੰ ਉਹਨਾਂ ਨੇ ਆਰਜੀ ਤੌਰ ਦੇ ਉੱਤੇ ਬੰਦ ਕੀਤਾ ਹੈਗਾ। ਇੱਕ ਜਿਹੜੇ ਅਲਾਮੀਡਾ ਕਾਉਂਟੀ ਦੇ ਵਿੱਚ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ 1170 ਦੇ ਸਾਰੇ ਸੁਣ ਰਹੇ ਆ, ਅਲਾਮੀਡਾ ਕਾਉਂਟੀ ਏਰੀਏ ਦੇ ਵਿੱਚ ਜੋ ਇੱਕ ਸਪੈਸ਼ਲ ਇਲੈਕਸ਼ਨ ਹੋ ਰਹੀ ਹੈ US ਕਾਂਗਰਸ ਦੇ ਲਈ, ਜਿੱਥੇ ਡਾਕਟਰ ਐਸ਼ਾ ਬਹਾਵ ਤੇ ਮਲੀਸਾ ਹਰਨਾਂਡਿਸ ਇਹ ਦੋ ਜਣੇ ਆ। ਹੁਣ ਪਿਛਲੀ ਜਦੋਂ ਇਲੈਕਸ਼ਨ ਹੋਈਆਂ ਸੀ ਉਹਨਾਂ ਚੋਂ ਦੋ ਜਣੇ ਆਏ ਅੱਗੇ, ਤੇ ਅੱਜ ਇਹ ਪਤਾ ਚੱਲਿਆ ਵੀ ਉੱਥੇ ਜਿਨ੍ਹਾਂ ਨੂੰ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਜਾਂ ਹੋਰ ਉਹ ਆਰਗੇਨਾਈਜੇਸ਼ਨ ਜਿਹੜੀਆਂ ਸਪੋਰਟ ਕਰ ਰਹੀਆਂ ਸੀ ਇੱਕ ਤੀਜੇ ਕੈਂਡੀਡੇਟ ਨੂੰ, ਜਿਹੜੀ ਰਾਖੀ ਇਸਰਾਨੀ ਆ, ਜਿਹੜੀ ਭਾਰਤੀ ਮੂਲ ਦੀ ਆ, ਤੇ ਉਹ 3rd ਨੰਬਰ ਤੇ ਆਈ ਸੀ। ਉਸ ਨੇ ਮਲੀਸਾ ਹਰਨਾਂਡਿਸ ਨੂੰ ਐਂਡੋਰਸ ਕਰ ਦਿੱਤਾ ਹੈਗਾ। ਸੋ ਹੁਣ ਮਲੀਸਾ ਹਰਨਾਂਡਿਸ ਨੂੰ ਜੋ HAF ਜਾਂ ਹੋਰ ਜਿਹੜੀਆਂ ਭਾਰਤ ਦੀ ਜਿਹੜੀ ਸਪੋਰਟ ਵਾਲੇ ਲੋਕ ਹੈਗੇ ਆ ਉਹ ਸਪੋਰਟ ਕਰ ਰਹੇ ਹੈਗੇ ਆ। ਸੋ ਬੈਲਟ ਆਲਰੇਡੀ ਪਹੁੰਚ ਚੁੱਕੇ ਹੈਗੇ। ਸਪੈਸ਼ਲ ਇਲੈਕਸ਼ਨ ਹੋਣੀ ਆ, ਆਲਰੇਡੀ ਬੈਲਟ ਆਣੇ ਤੁਹਾਡੇ ਘਰਾਂ 'ਚ ਸ਼ੁਰੂ ਹੋ ਰਿਹਾ। ਮੈਨੂੰ ਲੱਗਦਾ ਅਗਸਤ ਦੀ ਕੁਛ ਡੇਟ ਹੈਗੀ ਲਾਸਟ, ਉਹ ਆਪਾਂ ਕੱਲ ਨੂੰ ਤੁਹਾਨੂੰ ਸ਼ੋਅ ਦੇ ਵਿੱਚ ਸਵੇਰ ਵਾਲੀ 'ਚ ਦੱਸ ਦਾਂਗੇ। ਸੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੈਲਟ ਆਏ ਆ ਉਹ ਜ਼ਰੂਰ ਆਪਣਾ ਜਿਹੜਾ ਵੋਟ ਪਾਉਣ ਤੇ ਦੇਖਣ ਕਿਹੜਾ ਕੈਂਡੀਡੇਟ ਜਿਹੜਾ ਤੁਹਾਡੀ ਹੈਲਪ ਦੇ ਵਿੱਚ ਖੜਦਾ ਆ ਜਾਂ ਤੁਹਾਡੇ ਜਿਹੜੇ ਇਸ਼ੂਜ਼ ਆ ਉਹਨਾਂ ਦੀ ਸਪੋਰਟ ਕਰੂਗਾ, ਉਸ ਨੂੰ ਜਿਹੜੀ ਵੋਟ ਆ ਉਹ ਪਾਈ ਜਾਵੇ ਜੀ। ਤੇ ਮਾਰਕੀਟਸ ਦਾ ਹਰਜੋਤ ਸਿੰਘ ਜਾਂਦਿਆਂ ਤੇ ਦੱਸ ਰਿਹਾ ਡਾਓ ਜੋਨ ਅੱਜ 507 ਪੁਆਇੰਟ ਘਟ ਕੇ 51712 ਤੇ ਬੰਦ ਹੋਇਆ। S&P 91 ਪੁਆਇੰਟ ਘਟ ਕੇ 7408, ਨੈਸਡੈਕ 553 ਪੁਆਇੰਟ ਘਟ ਕੇ 25138 ਤੇ ਬੰਦ ਹੋਇਆ। ਸੋਨੇ ਦਾ ਭਾਅ 4000 ਤੇ $52 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $92 ਪ੍ਰਤੀ ਬੈਰਲ। 10 ਈਅਰ ਯੀਲਡ 4.7%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 64,923 ਤੇ ਇਥੀਰੀਅਮ 1870 US ਦੇ ਬਰਾਬਰ ਚੱਲ ਰਿਹਾ ਹੈ। ਇੱਕ US ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। ਪਾਕਿਸਤਾਨ ਦੇ 277 ਰੁਪਏ ਤੇ 86 ਪੈਸੇ। ਇੰਡੀਆ ਦੇ 96 ਰੁਪਏ ਤੇ 86 ਪੈਸੇ। 97 ਰੁਪਏ ਦੇ ਬਰਾਬਰ ਇੰਡੀਆ ਦਾ ਰੁਪਈਆ ਹੋ ਗਿਆ ਤੇ ਲੱਗਦਾ ਹੈ ਵੀ ਬਹੁਤ ਛੇਤੀ ਇਹ 100 ਦੇ ਲਾਗੇ ਪਹੁੰਚਣ ਵਾਲਾ ਹੈਗਾ ਜੀ। ਹੁਣ ਇੱਥੇ ਹੀ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।